ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਭਲਕੇ ਉਠ ਪਪੋਲੀਐ, ਬਿਨ ਬੁੱਝੇ ਮੁਗਧ ਅਜਾਣ। ਸੋ ਪ੍ਰਭ ਚਿਤ ਨ ਆਇਓ, ਛੁਟੈ ਗੀ ਬੇਬਾਣ। ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ। ਸਭ ਮੁਕਦੀ ਚੱਲੀ ਰੈਣ। ਰਹਾਉ ਕੁਦਮ ਕਰੇ ਪਸ ਪੰਖੀਆ, ਦਿਸੈ ਨਾਹੀ ਕਾਲ। ਓਤੈ ਸਾਥ ਮਨੁਖ ਹੈ, ਫਾਥਾ ਮਾਇਆ ਜਾਲ। ਮੁਕਤੇ ਸੇਈ ਭਾਲੀਐ, ਜੇ ਸੱਚਾ ਨਾਮ ਸੰਭਾਲ। ਜੋ ਘਰ ਛੱਡ ਗਵਾਵਣਾ, ਸੇ ਲੱਗਾ ਮਨ ਮਾਹੇ। ਜਿੱਥੈ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀ। ਫਾਥੈ ਸੇਈ ਨਿਕਲੇ, ਜੇ ਗੁਰ ਕੀ ਪੈਰੀ ਪਾਹੇ। ਕੋਈ ਰਖ ਨ ਸਕਈ, ਦੂਜਾ ਕੋ ਨ ਦਿਖਾਏ। ਚਾਰੇ ਕੁੰਡਾਂ ਭਾਲ ਕੈ, ਆਏ ਪਿਆ ਸਰਣਾਏ। ਨਾਨਕ ਸੱਚੈ ਪਾਤਸ਼ਾਹ, ਡੁਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾ। ਘੜੀ ਮੋਹਤ ਕਾ ਪਾਹੁਣਾ, ਕਾਜ ਸਵਾਰਨਹਾਰ। ਮਾਇਆ ਕਾਮ ਵਿਆਪਿਆ, ਸਮਝੈ ਨਾਹੀ ਗਾਵਾਰ। ਉਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ। ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ। ਤਾਂ ਗੁਰ ਕਾ ਬਚਨ ਕਮਾਹੇ। ਰਹਾਉ ਹਰੀ ਨਾਹੀ ਨਹਿ ਡਡੂਰੀ, ਪੱਕੀ ਵੱਢਣ ਹਾਰ। ਲੈ ਲੈ ਦਾਤ ਪਹੁਤਿਆ, ਲਾਵੇ ਕਰ ਤੈਆਰ। ਜਾ ਹੋਆ ਹੁਕਮ ਕਿਰਸਾਨ ਦਾ, ਤਾਂ ਲੂਣ ਮਿਣਿਆ ਖੇਤਾਰ। ਪਹਿਲਾ ਪਹਿਰ ਧੰਦੇ ਗਿਆ, ਦੂਜੈ ਭਰ ਸੋਇਆ। ਤੀਜੈ ਝਾਖ ਚਖਾਇਆ, ਚੌਥੈ ਭੋਰ ਪਿਆ। ਕਦ ਹੀ ਚਿਤ ਨ ਆਇਓ, ਜਿਨ ਜੀਉ ਪਿੰਡ ਦੀਆ। ਸਾਧ ਸੰਗਤ ਕੋ ਵਾਰਿਆ, ਜੀਉ ਕੀਆ ਕੁਰਬਾਨ। ਜਿਸ ਤੇ ਸੋਝੀ ਮਨ ਪਈ, ਮਿਲਿਆ ਪੁਰਖ ਸੁਜਾਨ। ਨਾਨਕ ਡਿਠਾ ਸਦਾ ਨਾਲ, ਹਰ ਅੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜੁਲਾਇ ਕੈ, ਗੁਰ ਨਾਮ ਦੀਆ ਸੱਚ ਸੁਆਓ। ਆਸਾ ਸਭੇ ਲਾਹੇ ਕੈ, ਇੱਕਾ ਆਸ ਕਮਾਓ। ਜਿਨੀ ਸਤਿਗੁਰ ਸੇਵਿਆ, ਤਿਨ ਅੱਗੇ ਮਿਲਿਆ ਥਾਓ। ਮਨ ਮੇਰੇ ਕਰਤੇ ਨੋ ਸਾ ਲਾਹੇ, ਸਭੇ ਛੱਡ ਸਿਆਣਪਾ।
ਗੁਰ ਕੀ ਪੈਰੀ ਪਾਹੇ। ਰਹਾਉ ਦੁਖ ਭੁਖ ਨਹਿ ਵਿਆਪਾਈ, ਜੇ ਸੁਖ ਦਾਤਾ ਮਨ ਹੋਏ। ਕਿਤਹਿ ਕਮ ਨ ਸਿਜੀਐ, ਜਾਂ ਹਿਰਦੈ ਸੱਚਾ ਸੋਏ। ਜਿਸ ਤੂੰ ਰਖੈ ਹੱਥ ਦੇ, ਤਿਸ ਮਾਰ ਨ ਸਕੈ ਕੋਇ। ਸੁਖ ਦਾਤਾ ਗੁਰ ਸੇਵੀਐ, ਸਭ ਅਵਗੁਣ ਕੱਢੈ ਧੋਇ। ਸੇਵਾ ਮੰਗੈ ਸੇਵਕੋ, ਲਾਈਆ ਆਪਣੀ ਸੇਵ। ਸਾਧੂ ਸੰਗ ਮਸਕਤੇ, ਤੁਠੈ ਪਾਵਾ ਦੇਵ। ਸਭ ਕਿਛ ਵਸਗਤ ਸਾਹਿਬੈ, ਆਪੇ ਕਰਣ ਕਰੇਵ। ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੂਰੇਵ। ਸਭ ਕਿਛ ਵਸਗਤ ਸਾਹਿਬੈ, ਆਪੇ ਕਰਣ ਕਰੇਵ। ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੂਰੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਦੇਸਾਂ ਵਿਦੇਸਾਂ ਵਿੱਚ ਬੈਠ ਕਰ ਆਪ ਨਿਤਾ ਪ੍ਰਤੀ ਬੜੇ ਪਿਆਰ ਸਤਿਕਾਰ ਸਹਿਤ ਗੁਰਬਾਣੀ ਜੀ ਦਾ ਪਾਠ ਸਰਵਣ ਕਰਦੇ ਹੋ। ਵੱਡੇ ਕਰਮਾਂ ਦੀ ਇਹੀ ਨਿਸ਼ਾਨੀ ਹੈ, ਕਿਉਂਕਿ ਜੀਵ ਜਦੋਂ ਭਲੇ ਦਾ ਕਰਮ ਕਰਦਾ ਉਹ ਭਲਾ ਹੀ ਉੱਗੇਗਾ। ਇਹ ਜਿਹੜਾ ਆਪਾਂ ਨਿਤਾ ਪ੍ਰਤੀ ਗਿਆਨ ਦਾ ਬੀਜ ਬੀਜਦੇ ਹਾਂ ਆਪਣੇ ਅੰਦਰ, ਆਪਾਂ ਗਿਆਨ ਨੂੰ ਸਰਵਣ ਕਰਦੇ ਹਾਂ, ਅੰਦਰ ਗਿਆਨ ਦਾ ਬੀਜ ਹੈ। ਜਦੋਂ ਜਦੋਂ ਆਪਾਂ ਨੂੰ ਲੋੜ ਪਵੇਗੀ ਗਿਆਨ ਦੀ, ਤਦੋਂ ਤਦੋਂ ਉਹ ਗਿਆਨ ਜਿਹੜਾ ਆਪਾਂ ਸੁਣਿਆ ਹੋਵੇਗਾ, ਸਰਵਣ ਕੀਤਾ ਹੋਵੇਗਾ, ਮੰਨਣ ਕੀਤਾ ਹੋਵੇਗਾ, ਨਿਧਿਆਸਣ ਕੀਤਾ ਹੋਵੇਗਾ, ਸੁਣਿਆ ਮੰਨਿਆ ਫਿਰ ਕਮਾਇਆ ਹੋਵੇਗਾ, ਜਿੱਥੇ ਜਿੱਥੇ ਵੀ ਮਨ ਫਿਰ ਡੋਲਦਾ, ਉੱਥੇ ਉੱਥੇ ਗਿਆਨ ਗੁਰੂ ਦਾ ਸਾਧ ਸੰਗ ਜੀ ਹੋੜਾ ਲੱਗ ਜਾਂਦਾ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਗਿਆਨ ਦਾ ਫਿਰ ਹੋੜਾ ਲੱਗ ਜਾਂਦਾ। ਮਨ ਜਦੋਂ ਡਿੱਗਦਾ ਵਿਕਾਰਾਂ ਵਾਲੇ ਪਾਸੇ ਨੂੰ, ਫਿਰ ਉੱਥੇ ਸਾਧ ਸੰਗ ਜਿਹੜਾ ਗਿਆਨ ਕਮਾਇਆ ਹੁੰਦਾ, ਉਹ ਕਮਾਏ ਹੋਏ ਗਿਆਨ ਦਾ ਹੋੜਾ ਲੱਗ ਜਾਂਦਾ ਹੈ। ਸੋ ਇਸ ਕਰਕੇ ਆਪਾਂ ਨਿਤਾ ਪ੍ਰਤੀ ਕੀ ਬੀਜਦੇ ਹਾਂ? ਸਰੀਰ ਰੂਪੀ ਧਰਤੀ ਦੇ ਵਿੱਚ ਗਿਆਨ ਦਾ ਬੀਜ ਬੀਜਦੇ ਹਾਂ। ਇਹ ਗਿਆਨ ਦਾ ਬੀਜ ਜਦੋਂ ਕਿਤੇ ਵੀ ਸਾਨੂੰ ਲੋੜ ਪਵੇਗੀ, ਉਹ ਐਟੋਮੈਟਿਕ ਸਾਧ ਸੰਗ ਜੀ ਜਿਹੜਾ ਆਪਾਂ ਸੁਣਿਆ ਕਮਾਇਆ ਹੋਵੇਗਾ, ਉਹ ਸਾਡੇ ਨਾਲ ਹੀ ਵਰਤਦਾ ਹੈ। ਇਸ ਕਰਕੇ ਜਿਹੜੇ ਗਿਆਨਵਾਨ ਨੇ, ਜਿਨ੍ਹਾਂ ਨੇ ਘਾਲਣਾ ਕਮਾਈ ਕੀਤੀ ਹੈ, ਉਹ ਸਾਧ ਸੰਗ ਜੀ ਫਿਰ ਇਹ ਜਿਹੜਾ ਮਨੁੱਖਾ ਜਨਮ ਪਦਾਰਥ ਹੈ, ਜਨਮ ਪਦਾਰਥ ਆ ਭਾਵ ਕੀਮਤੀ ਮਨੁੱਖਾ ਜਨਮ, ਇਹਨੂੰ ਸਫਲ ਕਰ ਲੈਂਦੇ ਨੇ। ਸੋ ਸਾਧ ਸੰਗਤ ਜੀ, ਆਪ ਜੀ ਨੇ ਬਾਣੀ ਸਾਰੀ ਸਰਵਣ ਕਰਨੀ ਹੈ। ਇਹ ਚਾਰ ਪਦਾਰਥ ਤੁਸੀਂ ਨੋਟ ਜ਼ਰੂਰ ਕਰ ਰਹੇ, ਜਿੱਥੇ ਜਿੱਥੇ ਵੀ ਪ੍ਰਮਾਣ ਆਵੇਗਾ, ਜਨਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਅਤੇ ਮੁਕਤ ਪਦਾਰਥ। ਸੋ ਇਹ ਸਾਧ ਸੰਗਤ ਜੀ ਜ਼ਰੂਰ ਆਪ ਜੀ ਨੇ ਨੋਟ ਕਰਨੇ ਆ, ਕਿਉਂਕਿ ਗਿਆਨ ਪਦਾਰਥ ਦੀ ਜਿਹੜੀ ਪ੍ਰਾਪਤੀ ਹੈ ਉਹ ਸਾਨੂੰ ਮਿਲ ਚੁੱਕੀ ਹੈ। ਸੋ ਇਸ ਕਰਕੇ ਨਿਤਾ ਪ੍ਰਤੀ ਦੀ ਵਿਚਾਰ ਦੇ ਵਿੱਚ ਆਪਾਂ ਗਿਆਨ ਨੂੰ ਹੀ ਕਮਾਉਣਾ ਹੈ,
ਸਰੀਰ ਰੂਪੀ ਖੇਤੀ ਹੈ। ਜਿਵੇਂ ਖੇਤ ਦੇ ਵਿੱਚ ਕਿਸਾਨ ਬੀਜ ਬੀਜਦਾ ਅਤੇ ਫਿਰ ਜਦੋਂ ਉਹਨੂੰ ਲੋੜ ਹੁੰਦੀ ਹੈ ਵੱਢ ਲੈਂਦਾ, ਉਹ ਇੱਕ ਵੱਖਰਾ ਵਿਸ਼ਾ ਹੈ। ਇਸੇ ਤਰ੍ਹਾਂ ਆਪਾਂ ਗਿਆਨ ਨੂੰ ਕੰਨਾਂ ਦੁਆਰਾ ਸਰਵਣ ਕਰਦੇ ਹਾਂ, ਰਸਨਾ ਦੁਆਰਾ ਜਪਦੇ ਹਾਂ ਨਾਮ ਨੂੰ, ਇਹਦਾ ਵਾਸਾ ਸਾਡੇ ਅੰਦਰ ਹੀ ਹੋ ਜਾਂਦਾ ਹੈ। ਸਾਧ ਸੰਗਤ ਸਾਨੂੰ ਵੀ ਪਤਾ ਹੀ ਲੱਗਦਾ ਵੀ ਗਿਆਨ ਦਾ ਵਾਸਾ ਕਿੱਥੇ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਬਹੁਤ ਜ਼ਰੂਰੀ ਹੈ ਕਿ ਆਪਾਂ ਧੰਨ ਭਾਗ ਸਮਝੀਏ ਵੀ ਸਾਡੇ ਧੰਨ ਭਾਗ ਨੇ, ਉਹ ਮਾਲਕ ਨੇ ਸਾਡੇ 'ਤੇ ਐਡੀ ਬਖਸ਼ਿਸ਼ ਕੀਤੀ ਹੈ। ਅਸੀਂ ਗਿਆਨ ਨੂੰ ਸਰਵਣ ਕਰਕੇ ਕਮਾ ਰਹੇ ਹਾਂ, ਕਮਾਉਣ ਦਾ ਯਤਨ ਕਰ ਰਹੇ ਹਾਂ। ਸੋ ਜਗਤ ਦੇ ਈਸ਼ਵਰ ਜਗਦੀਸ਼ ਮਾਲਕ ਨੇ ਇਹ ਆਪ ਹੀ ਸਾਧ ਸੰਗਤ ਜੀ ਸੰਗਤ ਵਿੱਚ ਵਰਤ ਕੇ, ਆਪ ਹੀ ਸੰਗਤ ਵਿੱਚ ਵਰਤਦਾ ਅਤੇ ਆਪ ਹੀ ਕਿਰਪਾ ਕੀਤੀ ਹੈ, ਤਾਂ ਜੋ ਆਪਾਂ ਸਾਰੇ ਗੁਰਬਾਣੀ ਦੇ ਨਾਲ ਜੁੜ ਸਕੀਏ। ਸੋ ਅੱਜ ਦੀ ਵਿਚਾਰ ਦੇ ਵਿੱਚ ਵੀ ਇਹੀ ਹੈ ਕਿ ਹੇ ਪ੍ਰਭੂ, ਹੇ ਮਾਲਕ, ਮੈਨੂੰ ਭਾਵੇਂ ਸਾਰੀਆਂ ਗੱਲਾਂ ਵਿਸਰ ਜਾਣ। ਕਈ ਵਾਰੀ ਸਾਧ ਸੰਗਤ ਜੀਵਨ ਵਿੱਚ ਐਸਾ ਸਮਾਂ ਵੀ ਦੇਖਿਆ, ਦਾਸ ਆਪਣੇ ਹੱਡ ਬੀਤੀ, ਚਲੋ ਆਪਣੀ ਸੋਭਾ ਤਾਂ ਨਹੀਂ ਹੁੰਦੀ, ਪਰ ਫਿਰ ਵੀ ਕਈ ਗੱਲਾਂ ਯਾਦ ਆ ਜਾਂਦੀਆਂ ਨੇ। ਇੱਕ ਵਾਰ ਸਾਧ ਸੰਗਤ ਜੀ ਸਾਨੂੰ ਸਾਰਾ ਕੁਝ ਭੁੱਲ ਗਿਆ, ਯਕੀਨਨ ਕੁਛ ਵੀ ਯਾਦ ਨਾ ਰਿਹਾ ਵੀ ਕਿੱਥੇ ਫਿਰਦੇ ਹਾਂ, ਕੌਣ ਆ, ਕੀ ਹੈ, ਕੀ ਨਹੀਂ, ਸਾਰਾ ਕੁਝ ਵਿਸਰ ਗਿਆ। ਇੱਕ ਸੰਗਤ ਯਾਦ ਰਹੀ, ਬਸ ਸੰਗਤ ਦੇ ਵਿੱਚ ਜਿਹੜਾ ਵਿਚਰੇ, ਸੰਗਤ ਨੂੰ ਵਿੱਦਿਆ ਪੜ੍ਹਾਉਣ ਦੇ ਸਮੇਂ ਸੰਗਤ ਵਿੱਚ ਵਿਚਰੇ ਜਿਹੜਾ ਸਮਾਂ, ਬਸ ਉਹ ਦ੍ਰਿਸ਼ਟਮਾਨ ਰਿਹਾ, ਉਹ ਸੁਰਤ ਉੱਥੇ ਰਹੀ ਜਿੱਥੇ ਜਿੱਥੇ ਸੰਗਤ ਨੂੰ ਪੜ੍ਹਾਇਆ, ਪੜ੍ਹੇ ਬੈਠੇ, ਹੈ ਨਾ। ਸਾਰਾ ਕੁਛ ਸਾਧ ਸੰਗਤ ਜੀ ਇਹ ਦਾਸ ਦੀ ਹੱਡ ਬੀਤੀ ਹੈ ਵੀ ਸਾਰਾ ਕੁਝ ਭੁੱਲ ਗਿਆ ਸੀਗਾ। ਅਤੇ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਸੰਗਤ ਦੇ ਵਿੱਚ ਪ੍ਰਭੂ ਵਸਦਾ ਅਤੇ ਸੰਗਤ ਹੀ ਯਾਦ ਰਹੀ ਸਾਧ ਸੰਗਤ। ਸੋ ਐਸਾ ਸਮਾਂ ਵੀ ਵੇਖਣ ਨੂੰ ਮਿਲਿਆ। ਅਤੇ ਅੱਜ ਜਦੋਂ ਪੰਕਤੀ ਆਪਾਂ ਇਹ ਪੜ੍ਹੀ, ਫਿਰ ਉਹ ਸਮਾਂ ਯਾਦ ਆ ਗਿਆ ਸਾਧ ਸੰਗਤ ਜੀ ਕਿ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਕਿ ਹੇ ਪ੍ਰਭੂ, ਸਾਰੀਆਂ ਗੱਲਾਂ ਭਾਵੇਂ ਵਿਸਰ ਜਾਣ, ਪਰ ਸੰਗਤਾਂ ਵੱਲੋਂ ਬਖਸ਼ਿਆ ਹੋਇਆ ਪਿਆਰ ਉਹ ਨਾ ਵਿਸਰ ਜੇ, ਉਹ ਯਾਦ ਰਹੇ। ਸੰਗਤਾਂ ਦੀਆਂ ਅਸੀਸਾਂ, ਹੋਰ ਗਿਆਨ ਧਿਆਨ ਦੇ ਕਾਰਜ, ਸੇਵਾ ਦੇ ਕਾਰਜ, ਇਹ ਨਾ ਵਿਸਰਨ। ਬਾਕੀ ਭਾਵੇਂ ਸਾਰਾ ਕੁਝ ਭੁੱਲ ਜਾਈਏ। ਸੋ ਇਹ ਸਾਧ ਸੰਗਤ ਜੀ ਇਹ ਵੀ ਬਹੁਤ ਵੱਡੀ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਤੁਸੀਂ ਆਪਣੇ ਵੱਲੋਂ, ਇਹ ਤਾਂ ਹੁਣ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਨਾ, ਸਾਨੂੰ ਸਿੱਖਿਆ ਦਿੱਤੀ ਵੀ ਤੁਸੀਂ ਆਪਣੇ ਵੱਲੋਂ ਇਹ ਬੇਨਤੀ ਕਰੋ। ਇਹ ਬਚਨ ਪੰਜਵੇਂ ਪਾਤਸ਼ਾਹ ਦੇ ਨੇ, ਪਰ ਅਸੀਂ ਆਪਣੇ ਵੱਲੋਂ ਬੇਨਤੀ ਕਰਨੀ ਹੈ, ਹੇ ਪ੍ਰਭੂ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਸਾਰੀਆਂ ਗੱਲਾਂ ਵਿਸਰ ਜਾਣ ਪਰ ਇੱਕ ਨਾ ਵਿਸਰੇ। ਧੰਦਾ ਸਭ ਜਲਾਏ ਕੈ ਗੁਰ ਨਾਮ ਦੀਆ ਸੱਚ ਸੁਆਓ। ਧੰਦੇ ਵਿਸਰ ਜਾਣ, ਫਜ਼ੂਲ ਧੰਦੇ ਜਿਹੜੇ ਸਾਧ ਸੰਗਤ ਜੀ ਵਿਕਾਰ ਪੈਦਾ ਕਰਦੇ ਨੇ, ਉਹ ਧੰਦੇ ਵਿਸਰ ਜਾਣ ਅਤੇ ਨਾਮ ਦੀਆ ਸੱਚ ਸੁਆਓ। ਨਾਮ ਹੀ ਜਗਦੀਸ਼, ਜਗਤ ਦੇ ਈਸ਼ਵਰ ਮਾਲਕ ਦਾ ਨਾਮ ਹੀ ਚੇਤੇ ਆਵੇ। ਆਸਾ ਸਭੇ ਲਾਹਿਕ ਹੈ ਇੱਕਾ ਆਸ ਕਮਾਓ। ਜਿਹੜੀਆਂ ਹੋਰ ਫਜ਼ੂਲ ਦੀਆਂ ਆਸਾਵਾਂ ਨੇ ਸਾਡੀ ਜ਼ਿੰਦਗੀ ਦੀਆਂ, ਆਹ ਵੀ ਕਰਨਾ, ਉਹ ਵੀ ਕਰਨਾ, ਜ਼ਿੰਦਗੀ ਥੋੜ੍ਹੀ ਹੁੰਦੀ ਆ, ਆਸਾਵਾਂ ਬਹੁਤ ਲੰਮੀਆਂ ਲੰਮੀਆਂ ਹੁੰਦੀਆਂ ਨੇ। ਸੋ ਇਸ ਕਰਕੇ ਸਾਧ ਸੰਗਤ ਜਦੋਂ ਆਪਾਂ ਇੱਛਾਵਾਂ ਨੂੰ ਸੰਕੋਚਦੇ ਹਾਂ, ਤਦੇ ਹੀ ਸਾਡਾ ਜੀਵਨ ਦਾ ਜਿਹੜਾ ਆਨੰਦ ਬਣਦਾ ਹੈ। ਕਿ ਆਸਾ ਸਭੇ ਲਾਹਿਕ ਹੈ ਇੱਕਾ ਆਸ ਕਮਾਓ।
ਇਹ ਜੀਵਨ ਦੇ ਆਨੰਦ ਦੇ ਵਿੱਚ ਵਿਘਨ ਪਾਉਂਦੀਆਂ ਨੇ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ। ਹੁਣ ਦੇਖੋ ਆਪਾਂ ਕਹਿੰਦੇ ਹਾਂ ਵੀ ਜਦੋਂ ਅਸੀਂ ਚਲੇ ਗਏ ਸਾਡੇ ਬੱਚਿਆਂ ਦਾ ਅਸੀਂ ਬਣਾ ਦਈਏ, ਆਸ ਕਿੱਡੀ ਵੱਡੀ ਰੱਖੀ ਹੋਈ ਹੈ ਵੀ ਜੇ ਕੱਲ੍ਹ ਨੂੰ ਸਰੀਰ ਨਾ ਰਿਹਾ ਤਾਂ ਬੱਚਿਆਂ ਦਾ ਕੀ ਹੋਊਗਾ, ਉਹਨਾਂ ਦਾ ਵੀ ਕੁਛ ਬਣ ਜਾਵੇ, ਚੰਗੀ ਗੱਲ ਆ। ਜਿਹੜੀ ਸਾਡੀ ਆਸ ਐਨਰਜੀ ਹੈ, ਜਿਹੜੀ ਸਾਨੂੰ ਐਨਰਜੀ ਮਿਲੀ ਹੈ, ਸਾਡਾ ਪਰਮ ਆਨੰਦ ਹੈ, ਉਹ ਐਨਰਜੀ ਨੂੰ ਕੀ ਕਰਤਾ, ਅਸੀਂ ਉਹਦੀਆਂ ਤਰੰਗਾਂ ਅੱਗੇ ਬੱਚਿਆਂ ਦੀ ਜ਼ਿੰਦਗੀ ਵਿੱਚ ਵੀ ਚਲੀਆਂ ਗਈਆਂ। ਇਸ ਕਰਕੇ ਜੀਵਨ ਦਾ ਜਿਹੜਾ ਆਨੰਦ ਹੈ ਉਹ ਵਿਸਰ ਜਾਂਦਾ ਸਾਹ ਸੰਗ। ਕਿਉਂ ਬਹੁਤ ਲੰਮੀਆਂ ਇੱਛਾਵਾਂ ਲੈ ਗਏ ਅਸੀਂ, ਬਹੁਤ ਜ਼ਿਆਦਾ ਲੰਮੀਆਂ ਲੈ ਗਏ ਵੀ ਸਾਡੇ ਜਾਣ ਤੋਂ ਬਾਅਦ ਬੱਚਿਆਂ ਦਾ ਕੀ ਬਣੂ, ਕੰਮ ਕਾਰ ਕਿਵੇਂ ਕਰਨਗੇ, ਕੀ ਚੱਲੂ, ਕੀ ਕਰਨਗੇ, ਕੀ ਨਹੀਂ। ਉਹ ਜਿਹੜੀ ਸਾਡੀ ਆਪਣੀ ਪਰਸਨਲ ਐਨਰਜੀ ਹੁੰਦੀ ਹੈ ਉਹ ਸਾਧ ਸੰਗਤ ਦਾ ਖੰਡਾਅ ਹੋ ਜਾਂਦਾ ਹੈ। ਸੋ ਇਸ ਕਰਕੇ ਆਸਾ ਜਿਹੜੀ ਹੈ ਬਹੁਤ ਛੋਟੀ, ਬਹੁਤੀਆਂ ਲੰਮੀਆਂ ਆਸਾਵਾਂ ਨਹੀਂ ਕਰਨੀਆਂ, ਕਿਉਂਕਿ ਬੱਚਾ ਜਦੋਂ ਜਨਮਦਾ ਮਾਂ ਦੇ ਅਸਤਰਾਂ ਦੇ ਵਿੱਚ ਦੁੱਧ ਪਹਿਲਾਂ ਆ ਜਾਂਦਾ ਸਾਧ ਸੰਗਤ ਜੀ। ਬੱਚੇ ਦੀ ਪੈਦਾਇਸ਼ ਹੈ ਜਿਹੜੀ ਬਾਅਦ ਵਿੱਚ ਹੁੰਦੀ ਹੈ, ਪਹਿਲਾਂ ਦੁੱਧ ਆ ਜਾਂਦਾ। ਇਹ ਦੇਖ ਲਓ ਕੈਸੀ ਕੁਦਰਤ ਦੀ ਖੇਡ ਹੈ ਵੀ ਆਪਾਂ ਫਿਰ ਇੰਨੀਆਂ ਆਸਾਵਾਂ ਲੰਮੀਆਂ ਰੱਖ ਕੇ ਕੀ ਕਰਨਾ। ਬੱਚਾ ਹਜੇ ਜਨਮਿਆ ਨਹੀਂ ਹੁੰਦਾ, ਪਰ ਮਾਂ ਦੇ ਦੁੱਧ ਪਹਿਲਾਂ ਉਤਰ ਆਉਂਦਾ ਹੈ, ਦੁੱਧ ਪਹਿਲਾਂ ਬਣ ਜਾਂਦਾ ਸਾਧ ਸੰਗਤ ਜੀ ਬੱਚੇ ਦੇ ਜਨਮ ਤੋਂ। ਸੋ ਇਹ ਕਿੱਡੀ ਵੱਡੀ ਗੱਲ ਹੈ ਜੇ ਆਪਾਂ ਸਮਝ ਲਈਏ। ਫਿਰ ਸਾਡੇ ਜਾਣ ਤੋਂ ਬਾਅਦ ਪਰਿਵਾਰ ਦਾ ਕੀ ਬਣੂ, ਕਿਵੇਂ ਬਣੂ, ਇਹ ਤਾਂ ਹੁਣ ਜਿਹਨੇ ਦੁੱਧ ਪੈਦਾ ਕੀਤਾ ਉਹ ਵੀ ਜਾਣਦਾ ਕੀ ਬਣੂ, ਉਹ ਵੀ ਰਖਵਾਲਾ ਨਾ। ਇਸ ਕਰਕੇ ਸਾਧ ਸੰਗਤ ਜੀ ਬਹੁਤ ਜ਼ਰੂਰੀ ਹੈ ਜਿਹੜੀਆਂ ਇੱਛਾਵਾਂ ਇਹਨਾਂ ਨੂੰ ਆਪਾਂ ਸੰਕੋਚ ਕਰਨਾ, ਤਾਂ ਜੋ ਸਾਡਾ ਪਰਮ ਆਨੰਦ ਬਣ ਸਕੇ। ਹੁਣ ਜਿਹੜੀਆਂ ਕੰਟਰੀਆਂ ਨੇ, ਯੂਰਪ ਕੰਟਰੀਆਂ ਨੇ, ਉਹ ਕੀ ਕਰਦੇ ਆ, ਲੋਕ 4-5 ਦਿਨ ਕੰਮ ਕਰਦੇ ਆ, 2 ਦਿਨ ਆਪਦਾ ਆਨੰਦ ਮਾਣਦੇ ਨੇ। ਬਹੁਤ ਵਧੀਆ ਗੱਲ ਹੈ, ਆਪਾਂ ਵੀ ਇਸ ਤਰ੍ਹਾਂ ਹੀ ਕਰੋ। ਕਿਉਂ ਜਿੱਥੇ ਕੋਈ ਚੰਗੀ ਗੱਲ ਆ ਉਹ ਸਿੱਖ ਲੈਣੀ ਚਾਹੀਦੀ ਹੈ। ਆਪਾਂ ਦਿਨ ਰਾਤ ਦੀ ਦੌੜ ਦੇ ਨਾਲੋਂ 5-4 ਦਿਨ ਕੰਮ ਕਰੀਏ, 2 ਦਿਨ ਆਰਾਮ ਕਰੀਏ, ਇਹੀ ਜ਼ਿੰਦਗੀ ਦੀ ਖੁਸ਼ੀ ਹੈ ਸਾਧ ਸੰਗਤ ਜੀ। ਜੇ ਸਾਰੀ ਜ਼ਿੰਦਗੀ ਆਪਾਂ ਧੰਦੇ ਹੀ ਪਿੱਟਦੇ ਰਹੇ, ਆਨੰਦ ਹੀ ਨਹੀਂ ਮਾਣਿਆ, ਫਿਰ ਕਾਹਦੀ ਜ਼ਿੰਦਗੀ ਹੋਈ। ਸੋ ਇਸ ਕਰਕੇ 2 ਦਿਨ ਘੁੰਮਣ ਫਿਰਨ ਦੇ ਰੱਖੋ, ਬੱਚਿਆਂ ਦੇ ਨਾਲ ਘੁੰਮੋ ਫਿਰੋ, ਪਰਿਵਾਰ ਦੋਸਤਾਂ ਦੇ ਨਾਲ। ਉਹ ਸਾਧ ਸੰਗਤ ਖੁਸ਼ੀ ਦਾ ਟਾਈਮ ਆ, ਉਹ ਖੁਸ਼ੀਆਂ ਦਾ ਆਨੰਦ ਹੈ, ਉਹ ਵੀ ਸਾਨੂੰ ਲੈਣਾ ਚਾਹੀਦਾ ਹੈ। ਠੀਕ ਹੈ ਜੀ, ਕਿਉਂਕਿ ਹਾਸਾ ਹੈ, ਖੁਸ਼ੀਆਂ, ਆਨੰਦ। ਸੋ ਇਸ ਕਰਕੇ ਸਾਧ ਸੰਗਤ ਦੀ ਬਹੁਤੀਆਂ ਲੰਬੀਆਂ ਇੱਛਾਵਾਂ ਨਹੀਂ ਰੱਖਣੀਆਂ ਵੀ ਸਾਡੇ ਜਾਣ ਤੋਂ ਬਾਅਦ ਬੱਚਿਆਂ ਦਾ ਕੀ ਬਣੂ। ਬੱਚਿਆਂ ਦਾ ਤਾਂ ਜਦੋਂ ਬੱਚੇ ਆਏ ਨਹੀਂ ਸੀ, ਦੁਨੀਆ ਦੇਖੀ ਨਹੀਂ ਸੀ ਬੱਚਿਆਂ ਨੇ, ਉਦੋਂ ਪਹਿਲਾਂ ਹੀ ਬੱਚਿਆਂ ਦੇ ਉਹਦੀ ਖੁਰਾਕ ਬਣ ਗਈ, ਦੁੱਧ ਬਣ ਗਏ ਸਾਧ ਸੰਗਤ। ਸੋ ਐਸਾ ਮਹਾਨ ਜਿਹੜਾ ਕੁਦਰਤ ਦਾ ਵਰਤਾਰਾ ਹੈ ਈਸ਼ਵਰ ਦਾ। ਸੋ ਇਸ ਕਰਕੇ ਸਾਧ ਸੰਗਤ ਜੀ ਆਸਾ ਸਭੇ ਲਾਇਕ, ਇੱਕਾ ਆਸ ਕਮਾਓ। ਉਹ ਕਿਹੜੀ ਆਸ ਹੈ, ਹਰ ਦਰਸ਼ਨ ਕੀ ਆਸਾ। ਜਿਨੀ ਸਤਿਗੁਰ ਸੇਵਿਆ ਤਨ ਅੱਗੇ ਮਿਲਿਆ ਥਾਓ। ਜਿਨ੍ਹਾਂ ਨੇ ਫਿਰ ਸੱਚੇ ਗਿਆਨ ਨੂੰ, ਆਪਣੇ ਸਤਿਗੁਰੂ ਨੂੰ ਸੇਵਿਆ, ਯਾਦ ਕੀਤਾ ਹੈ, ਉਹਨਾਂ ਨੂੰ ਅੱਗੇ ਵੀ ਸਾਧ ਸੰਗਤ ਜੀ ਫਿਰ ਵਧੀਆ ਥਾਂ ਪ੍ਰਾਪਤ ਹੁੰਦੀ ਹੈ। ਸੋ ਅੱਜ ਆਪਾਂ ਇਹੀ ਸਮਝਣਾ ਵੀ ਸਾਡੇ ਜਨਮ ਤੋਂ ਪਹਿਲਾਂ ਸਾਡੀ ਖੁਰਾਕ ਦਾ ਪ੍ਰਬੰਧ ਹੋਇਆ ਪਿਆ ਸੀ। ਠੀਕ ਹੈ ਜੀ, ਅੱਜ ਆਪਾਂ ਇਹੀ ਸਮਝ ਲਈਏ, ਵਿਚਾਰ ਲਈਏ, ਇਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ, ਬਹੁਤ ਵੱਡਾ ਗਿਆਨ ਆ, ਸਾਡੇ ਵਾਸਤੇ ਬਹੁਤ ਵੱਡਾ ਗਿਆਨ ਹੈ ਵੀ ਸਾਡੇ ਜਨਮ ਤੋਂ ਪਹਿਲਾਂ ਸਾਡੀ ਮਾਤਾ ਦੇ ਅੰਦਰ ਸਾਡੇ ਵਾਸਤੇ ਖੁਰਾਕ ਤਿਆਰ ਹੋ ਗਈ ਸੀ। ਅਸੀਂ ਬਾਅਦ ਦੇ ਵਿੱਚ ਜਗਤ ਵਿੱਚ ਆਏ, ਪਹਿਲਾਂ ਸਾਡੀ ਖੁਰਾਕ ਦਾ ਪ੍ਰਬੰਧ ਹੋ ਚੁੱਕਿਆ ਸੀ ਸਾਧ ਸੰਗਤ ਜੀ। ਐਸੇ ਮਹਾਨ ਕਿਰਪਾ ਵਰਤ ਰਹੀ ਹੈ ਈਸ਼ਵਰ ਦੀ।
ਸੋ ਆਪਾਂ ਬਹੁਤੀਆਂ ਇੱਛਾਵਾਂ ਨਾ ਕਰੀਏ। ਛੋਟੀਆਂ ਛੋਟੀਆਂ ਇੱਛਾਵਾਂ, ਛੋਟੇ ਛੋਟੇ ਘਰ, ਛੋਟੇ ਛੋਟੇ ਪਰਿਵਾਰ, ਬਹੁਤ ਵਧੀਆ, ਫਿਰ ਕਿੰਨਾ ਆਨੰਦ ਵਰਤੇਗਾ। ਸੋ ਅੱਜ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ ਜੀ, ਬਸ ਇਹੀ ਧਿਆਨ ਰੱਖਣਾ ਵੀ ਸਾਡੇ ਆਉਣ ਤੋਂ ਪਹਿਲਾਂ ਸਾਡੀ ਖੁਰਾਕ ਦਾ ਪ੍ਰਬੰਧ ਹੋ ਚੁੱਕਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।